ਅੱਜ ਅਸੀਂ ਉਪਦੇਸ਼ ਸਿਰਲੇਖ ਮਨੁੱਖ ਜਾਤੀ ਦੀ ਆਸ ਦੇ ਨਾਲ ਇਕੱਠੇ ਪਰਮੇਸ਼ੁਰ ਦੇ ਵਚਨਾਂ ਦਾ ਅਧਿਐਨ ਕਰਨ ਦਾ ਕੁਝ ਸਮਾਂ ਲਵਾਂਗੇ। ਅੱਜ ਕੱਲ ਪੂਰੀ ਮਨੁੱਖ ਜਾਤੀ ਜਾਨਲੇਵਾ ਵਾਇਰਸ ਨਾਲ ਪੀੜਿਤ ਹੋ ਕੇ ਭਿਆਨਕ ਹਾਲਾਤਾਂ ਵਿੱਚ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਕੁਦਰਤੀ ਵਿਪਤਾਵਾਂ ਵੀ ਹੋ ਰਹੀਆਂ ਹਨ। ਇਸ ਗਰਮੀ ਵੀ ਕੋਰੀਆ ਵਿੱਚ ਤੇਜ਼ ਤੂਫਾਨਾਂ ਅਤੇ ਹੜ੍ਹਾਂ ਨੇ ਵੱਡੀ ਬਰਬਾਦੀ ਕੀਤੀ। ਇਸ ਤਰ੍ਹਾਂ ਲੱਗਦਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਹੋਰ ਵੀ ਜ਼ਿਆਦਾ ਕੁਦਰਤੀ ਵਿਪਤਾਵਾਂ ਆਈਆਂ ਹਨ। ਅਮਰੀਕਾ ਵਿੱਚ 10,000 ਵਾਰ ਤੋਂ ਜ਼ਿਆਦਾ ਆਕਾਸ਼ ਤੋਂ ਬਿਜਲੀ ਡਿੱਗਣ ਨਾਲ ਕੈਲੀਫੋਰਨੀਆ ਦੇ ਪਹਾੜਾਂ ਤੇ ਭਾਰੀ ਅੱਗ ਲੱਗੀ। ਦੇਸ਼ ਭਰ ਤੋਂ ਅਣਗਿਣਤ ਅੱਗ ਬੁਝਾਉਣ ਵਾਲਿਆਂ ਨੂੰ ਭੇਜਣ ਦੇ ਬਾਵਜੂਦ ਅੱਗ ਨੂੰ ਬੁਝਾਉਣਾ ਲਗਭਗ ਅਸੰਭਵ ਹੋ ਗਿਆ ਹੈ। ਇਹ ਦੱਸਿਆ ਗਿਆ ਹੈ ਕਿ ਇਸ ਸਾਲ ਵਿੱਚ ਬਰਫ਼ ਡਿੱਗਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਤੋਂ ਇਲਾਵਾ ਪੂਰਬੀ ਤੱਟ ਪਹਿਲਾਂ ਤੋਂ ਵੀ ਹੋਰ ਜ਼ਿਆਦਾ ਸ਼ਕਤੀਸ਼ਾਲੀ ਸਮੁੰਦਰੀ ਤੂਫਾਨਾਂ ਨਾਲ ਟਕਰਾਇਆ ਹੈ। ਕਿਉਂਕਿ ਲਗਾਤਾਰ ਕੁਦਰਤੀ ਵਿਪਤਾਵਾਂ ਅਤੇ ਬਿਮਾਰੀਆਂ ਹੋ ਰਹੀਆਂ ਹਨ, ਇਸ ਲਈ ਇਸ ਤੋਂ ਅਰਥ ਵਿਵਸਥਾ ਵੀ ਪ੍ਰਭਾਵਿਤ ਹੋਈ ਹੈ। ਰੋਜ਼ ਕਮਾਉਣ ਵਾਲਿਆਂ ਨੂੰ ਰੋਟੀ ਦੀ ਚਿੰਤਾ ਹੈ, ਕਿਉਂਕਿ ਉਹ ਹੋਰ ਕੰਮ ਨਹੀਂ ਕਰ ਸਕਦੇ। ਇਹ ਸਾਰੀਆਂ ਮੁਸ਼ਕਲਾਂ ਉਤਪ੍ਰੇਰਕ ਬਣੀਆਂ ਹਨ ਅਤੇ ਦੰਗਿਆਂ ਦਾ ਕਾਰਨ ਵੀ ਬਣੀਆਂ ਹਨ। ਵਿਸ਼ਵ ਖਬਰ ਦੇਖਣ ਨਾਲ ਅਸੀਂ ਬੇਬਸ ਹੋ ਕੇ ਇਹ ਸੋਚਦੇ ਹਾਂ ਕਿ ਮਨੁੱਖ ਜਾਤੀ ਦਾ ਭਵਿੱਖ ਨਿਰਾਸ਼ ਹੈ। ਅਤੇ ਮੀਡੀਆ ਦੁਆਰਾ ਇਹ ਵੀ ਪ੍ਰਸਾਰਿਤ ਹੋਇਆ ਸੀ ਕਿ 100 ਵਾਰ ਸੂਖਮ ਸੂਈ ਨਾਲ ਵਿੰਨਣ ਤੇ ਵੀ ਕੋਰੋਨਾ ਵਾਇਰਸ ਦਾ ਸੈੱਲ ਬਚ ਜਾਂਦਾ ਹੈ। ਇਹ ਕਿਸੇ ਵਿਅਕਤੀ ਨੂੰ ਨੇਜੇ ਨਾਲ 100 ਵਾਰ ਮਾਰਨ ਤੇ ਵੀ ਬਿਨਾਂ ਕਿਸੇ ਸੱਟ ਦੇ ਜਿਉਂਦੇ ਬੱਚੇ ਰਹਿਣ ਵਰਗਾ ਹੈ। ਉਹਨਾਂ ਨੇ ਕੋਰੋਨਾ ਵਾਇਰਸ ਨੂੰ 90 ਡਿਗਰੀ ਸੈਲਸੀਅਸ ਤੱਕ ਗਰਮ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਕੋਈ ਅਸਰ ਨਹੀਂ ਹੋਇਆ। ਲੋਕ ਹੈਰਾਨ ਹੁੰਦੇ ਹਨ ਕਿ ਮਨੁੱਖ ਕੋਵਿਡ-19 ਨਾਲ ਪੂਰੀ ਤਰ੍ਹਾਂ ਛੁਟਕਾਰਾ ਪਾ ਸਕੇਗਾ। ਇਸ ਪ੍ਰਕਾਰ ਦੀ ਦੁੱਖ ਭਰੀ ਖਬਰ ਹਰ ਦਿਨ ਸੁਣ ਸਕਦੇ ਹਾਂ। ਉਹ ਕਹਿੰਦੇ ਹਨ ਕਿ ਮੌਸਮ ਦਾ ਬਦਲਾਵ ਵੀ ਬਦਤਰ ਹੁੰਦਾ ਜਾ ਰਿਹਾ ਹੈ। ਮੈਨੂੰ ਸਾਫ਼-ਸਾਫ਼ ਯਾਦ ਹੈ, ਇਸ ਸਾਲ ਕੋਰੀਆ ਵਿੱਚ ਲਗਾਤਾਰ 2 ਮਹੀਨਿਆਂ ਤੱਕ ਬਰਸਾਤ ਹੋਈ ਸੀ। ਇਹ ਦੱਸਿਆ ਗਿਆ ਹੈ ਕਿ ਇਸ ਦਾ ਕਾਰਨ ਗਲੋਬਲ ਵਾਰਮਿੰਗ ਸੀ। ਆਰਟਿਕ ਦੇ ਗਲੇਸ਼ੀਅਰ ਜ਼ਬਰਦਸਤ ਰਫ਼ਤਾਰ ਨਾਲ ਪਿਘਲ ਰਹੇ ਹਨ ਅਤੇ ਪਹਾੜਾਂ ਤੇ ਬਰਫ਼ ਜੋ ਸਾਲਾਂ ਪਹਿਲਾਂ ਜੰਮੀ ਰਹਿੰਦੀ ਸੀ, ਇੰਨੀ ਪਿਘਲ ਰਹੀ ਹੈ ਕਿ ਇਹ ਵਿਸ਼ਵ ਭਰ ਵਿੱਚ ਘੱਟ ਮਾਤਰਾ ਵਿੱਚ ਹੈ। ਇਹ ਦੱਸਿਆ ਗਿਆ ਹੈ ਕਿ ਧਰਤੀ ਆਪਣੇ ਨਿਯਮਿਤ ਕਾਰਜਾਂ ਨੂੰ ਗਵਾ ਰਹੀ ਹੈ ਜੋ ਤਾਪਮਾਨ ਨੂੰ ਕਾਬੂ ਕਰਦਾ ਹੈ। ਇਸ ਕਰਕੇ ਧਰਤੀ ਦਾ ਭਵਿੱਖ ਅਨਿਸ਼ਚਿਤ ਹੈ। ਹੁਣ ਅਸੀਂ ਜਿਸ ਹਾਲਾਤ ਵਿੱਚ ਹਾਂ ਉਸ ਦੀ ਅਸਲੀਅਤ ਇਹੀ ਹੈ। ਪਰ ਕੀ ਸਾਡੇ ਕੋਲ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨਹੀਂ ਹਨ ਜੋ ਮਨੁੱਖ ਜਾਤੀ ਦੀ ਆਸ ਹਨ? ਜੇਕਰ ਸਾਡੇ ਜੀਵਨ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨਾ ਹੁੰਦੇ ਤਦ ਅਸੀਂ ਹੁਣ ਕਿਸ ਪ੍ਰਕਾਰ ਦਾ ਜੀਵਨ ਜੀ ਰਹੇ ਹੁੰਦੇ? ਆਓ ਅਸੀਂ ਸਿਰਫ ਸੰਸਾਰਿਕ ਚੀਜ਼ਾਂ ਦੇ ਲਈ ਨਾ ਜੀਵਨ ਬਿਤਾਈਏ ਜੋ ਥੋੜੇ ਚਿਰ ਲਈ ਹਨ ਅਤੇ ਗਾਇਬ ਹੋ ਜਾਣਗੀਆਂ, ਪਰ ਇੱਕ ਹੋਰ ਵਾਰ ਇਸ ਗੱਲ ਤੇ ਵਿਚਾਰ ਕਰੀਏ ਕਿ ਸਿਯੋਨ ਵਿੱਚ ਪਿਤਾ ਅਤੇ ਮਾਤਾ ਦੀ ਸੇਵਾ ਕਰਦੇ ਹੋਏ ਜਿਉਣਾ ਕਿੰਨੀ ਵੱਡੀ ਵਡਿਆਈ ਅਤੇ ਖੁਸ਼ੀ ਹੈ। ਆਓ ਅਸੀਂ ਸਦੀਪਕ ਸਵਰਗ ਦੇ ਰਾਜ ਦੀਆਂ ਚੀਜ਼ਾਂ ਦੇ ਵੱਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਾਰਚ ਕਰੀਏ। ਆਓ ਅਸੀਂ ਮੱਤੀ ਅਧਿਆਇ 11 ਵਚਨ 28 ਤੇ ਇੱਕ ਨਜ਼ਰ ਪਾਈਏ। ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਮੇਰਾ ਜੂਆ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ, ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ, ਅਤੇ ਤੁਸੀਂ ਆਪਣੇ ਜੀਆਂ ਵਿੱਚ ਆਰਾਮ ਪਾਓਗੇ, ਕਿਉਂ ਜੋ ਮੇਰਾ ਜੂਆ ਹੌਲਾ ਅਤੇ ਮੇਰਾ ਭਾਰ ਹਲਕਾ ਹੈ। ਪਿਤਾ ਦੇ ਯੁੱਗ ਵਿੱਚ ਮਨੁੱਖ ਜਾਤੀ ਦੀ ਆਸ ਕੌਣ ਸੀ? ਪਰਮੇਸ਼ਵਰ ਯਹੋਵਾ। ਪੁੱਤਰ ਦੇ ਯੁੱਗ ਵਿੱਚ ਯੀਸ਼ੂ ਮਸੀਹ ਮਨੁੱਖ ਜਾਤੀ ਦੀ ਆਸ ਸੀ। ਹੇ ਸਾਰੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ, ਜਿਨ੍ਹਾਂ ਦੇ ਮਨਾਂ ਵਿੱਚ ਡੂੰਘੀ ਸੱਟ ਲੱਗੀ ਹੈ ਅਤੇ ਜਿਨ੍ਹਾਂ ਤੇ ਜੁੱਲਾ ਲੱਗਿਆ ਹੈ, ਮੇਰੇ ਕੋਲ ਆਓ। ਇਸ ਤਰ੍ਹਾਂ ਪਰਮੇਸ਼ਵਰ ਪੁੱਤਰ ਦੇ ਯੁੱਗ ਵਿੱਚ ਇਸ ਧਰਤੀ ਤੇ ਆ ਕੇ ਮਨੁੱਖ ਜਾਤੀ ਦੀ ਆਸ ਬਣੇ। ਉਹਨਾਂ ਨੇ ਕਿਹਾ, ਜੋ ਕੋਈ ਬੇਚੈਨ ਹੈ ਮੇਰੇ ਕੋਲ ਆਵੇ। ਤਦ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਜਿਸ ਵਿੱਚ ਅਸੀਂ ਜੀ ਰਹੇ ਹਾਂ,
ਮਨੁੱਖ ਜਾਤੀ ਦੀ ਆਸ ਕੌਣ ਹੈ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਤੇ ਜਾਈਏ। ਅਧਿਆਇ 22 ਵਚਨ 17। ਆਤਮਾ ਅਤੇ ਲਾੜੀ ਕੀ ਕਹਿੰਦੇ ਹਨ? ਆਓ। ਮੱਤੀ ਅਧਿਆਇ 11 ਵਚਨ 28 ਵਿੱਚ ਯੀਸ਼ੂ ਨੇ ਕਿਹਾ, ਹੇ ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠ ਦੱਬੇ ਹੋਇਓ, ਮੇਰੇ ਕੋਲ ਆਓ। ਅਤੇ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਆਤਮਾ ਅਤੇ ਲਾੜੀ ਨੇ ਕੀ ਕਿਹਾ? ਉਹਨਾਂ ਨੇ ਕਿਹਾ, ਸਾਡੇ ਕੋਲ ਆਓ। ਹੇ ਸਾਰੇ ਪਿਆਸੇ ਅਤੇ ਭਾਰੀ ਬੋਝ ਨਾਲ ਦੱਬੇ ਹੋਏ ਲੋਕੋ, ਸਾਡੇ ਕੋਲ ਆਓ। ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਆਸ ਸਿਰਫ ਆਤਮਾ ਤੇ ਲਾੜੀ ਤੇ ਰੱਖੀਏ। ਇਸ ਧਰਤੀ ਦੀਆਂ ਚੀਜ਼ਾਂ ਥੋੜੇ ਸਮੇਂ ਦੇ ਬਾਅਦ ਗਾਇਬ ਹੋ ਜਾਣਗੀਆਂ। ਭਾਵੇਂ ਹੀ ਕਿਸੇ ਦੇ ਕੋਲ ਲੱਖਾਂ ਰੁਪਏ ਹੋਣ, ਭਾਵੇਂ ਕਿੰਨਾ ਵੀ ਜ਼ਿਆਦਾ ਪੈਸਾ ਹੋਵੇ, ਉਹਨਾਂ ਦੀ ਵਡਿਆਈ 100 ਜਾਂ 200 ਸਾਲਾਂ ਤੱਕ ਵੀ ਨਹੀਂ ਟਿਕੇਗੀ। ਇਹ ਸਭ ਥੋੜੇ ਚਿਰ ਦਾ ਹੈ। ਥੋੜੀ ਦੇਰ ਬਾਅਦ ਜਦੋਂ ਉਹ ਬੁੱਢੇ ਹੋ ਜਾਂਦੇ ਹਨ, ਤਦ ਇਹ ਬਸ ਉਹਨਾਂ ਦੀ ਆਪਣੀ ਵੰਸ਼ ਦੇ ਕੋਲ ਜਾਂਦਾ ਹੈ, ਪਰ ਉਹਨਾਂ ਨੇ ਆਪਣੀ ਮਿਹਨਤ ਅਤੇ ਕੋਸ਼ਿਸ਼ ਨਾਲ ਉਸ ਨੂੰ ਹਾਸਿਲ ਨਹੀਂ ਕੀਤਾ। ਇਸ ਲਈ ਉਹ ਆਸਾਨੀ ਨਾਲ ਇਸ ਨੂੰ ਗਵਾ ਦਿੰਦੇ ਹਨ ਅਤੇ ਇਹ ਕਿਸੇ ਹੋਰ ਦਾ ਹੋ ਜਾਂਦਾ ਹੈ। ਇਸ ਧਰਤੀ ਤੇ ਕੁਝ ਵੀ ਹਮੇਸ਼ਾ ਦੇ ਲਈ ਨਹੀਂ ਰਹਿੰਦਾ। ਇਸ ਕਰਕੇ ਮਨੁੱਖ ਜਾਤੀ ਨੂੰ ਆਸ ਦੇਣ ਦੇ ਲਈ ਪਰਮੇਸ਼ੁਰ ਨੇ ਪਿਤਾ ਦੇ ਯੁੱਗ ਵਿੱਚ ਯਹੋਵਾ ਦੇ ਨਾਮ ਨਾਲ ਅਤੇ ਪੁੱਤਰ ਦੇ ਯੁੱਗ ਵਿੱਚ ਯੀਸ਼ੂ ਦੇ ਨਾਮ ਨਾਲ ਕਿਹਾ, ਹੇ ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਅਤੇ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ੁਰ ਮਨੁੱਖ ਜਾਤੀ ਨੂੰ ਪੁਕਾਰ ਰਹੇ ਹਨ, ਆਤਮਾ ਤੇ ਲਾੜੀ ਦੇ ਕੋਲ ਆਓ। ਜੇਕਰ ਸਾਡੇ ਵਿੱਚ ਸਵਰਗ ਦੀ ਆਸ ਹੈ ਤਾਂ ਆਓ ਅਸੀਂ ਧਰਤੀ ਦੀਆਂ ਚੀਜ਼ਾਂ ਤੇ ਨਹੀਂ, ਪਰ ਸਵਰਗ ਦੀਆਂ ਚੀਜ਼ਾਂ ਤੇ ਧਿਆਨ ਦੇਈਏ। ਕਿ ਅੱਜ ਮੈਂ ਇਸ ਤਰ੍ਹਾਂ ਦਾ ਜੀਵਨ ਜੀ ਰਿਹਾ ਜੋ ਮੇਰੇ ਲਈ ਸਵਰਗ ਵਾਪਸ ਜਾਣ ਦੇ ਯੋਗ ਹੈ? ਕਿ ਮੈਂ ਵਿਸ਼ਵਾਸ ਦੇ ਸਹੀ ਰਾਹ ਤੇ ਚੱਲ ਰਿਹਾ ਹਾਂ? ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਪ੍ਰਕਾਰ ਦੇ ਵਿਚਾਰ ਨਾਲ ਖੁਦ ਤੇ ਵਿਚਾਰ ਕਰੀਏ। ਇਸ ਯੁੱਗ ਵਿੱਚ ਸਾਡਾ ਵਿਸ਼ਵਾਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਨਾਲ ਸਾਡੀ ਮੁਕਤੀ ਹੋਵੇ। ਆਤਮਾ ਤੇ ਲਾੜੀ ਦੇ ਕੋਲ ਜਾਣ ਦੇ ਲਈ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕੌਣ ਹੈ ਆਤਮਾ ਤੇ ਲਾੜੀ, ਉਹ ਕਿੱਥੇ ਹਨ, ਉਹ ਇਸ ਧਰਤੀ ਤੇ ਕੀ ਨਿਸ਼ਾਨ ਲੈ ਆਏ ਅਤੇ ਸਾਡੇ ਵਿੱਚ ਰਹਿੰਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਪ੍ਰਸ਼ਨਾਂ ਦੇ ਸਾਰੇ ਉੱਤਰ ਜਾਣੀਏ। ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 132 ਨਾਲ ਅੱਗੇ ਵਧੀਏ। ਵਚਨ 13। ਯਹੋਵਾ ਨੇ ਤਾਂ ਸਿਯੋਨ ਨੂੰ ਚੁਣਿਆ, ਉਹਨੇ ਆਪਣੇ ਵਸੇਬੇ ਲਈ ਉਹਨੂੰ ਪਸੰਦ ਕੀਤਾ। ਇਹ ਸਦਾ ਲਈ ਮੇਰਾ ਵਿਸ਼ਰਾਮ ਧਾਮ ਹੋਵੇਗਾ। ਮੈਂ ਇੱਥੇ ਵਸਾਂਗਾ। ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ। ਮੈਂ ਉਹਦੇ ਰਿਜ਼ਕ ਵਿੱਚ ਕਾਫੀ ਬਰਕਤ ਦਿਆਂਗਾ ਅਤੇ ਉਹਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ। ਮੈਂ ਉਹਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪਵਾਵਾਂਗਾ ਤੇ ਉਹਦੇ ਸੰਤ ਖੁਸ਼ੀ ਦੇ ਜਕਾਰੇ ਗਜਾਉਣਗੇ। ਸਿਯੋਨ ਇਸ ਤਰ੍ਹਾਂ ਦੀ ਜਗ੍ਹਾ ਹੈ ਜਿਸ ਨੂੰ ਪਰਮੇਸ਼ੁਰ ਨੇ ਪਸੰਦ ਕੀਤਾ ਹੈ। ਪਰਮੇਸ਼ੁਰ ਨੇ ਸਿਯੋਨ ਨੂੰ ਹਮੇਸ਼ਾ ਦੇ ਲਈ ਆਪਣੇ ਰਹਿਣ ਦੀ ਥਾਂ ਬਣਾਉਣ ਦੇ ਲਈ ਅਪਣਾਇਆ ਹੈ। ਇਸ ਪ੍ਰਕਾਰ ਕਿਉਂਕਿ ਪਰਮੇਸ਼ੁਰ ਨੇ ਕਿਹਾ, ਹੇ ਸਭ ਭਾਰ ਥੱਲੇ ਅਤੇ ਬੋਝ ਨਾਲ ਦੱਬੇ ਹੋਏ ਲੋਕੋ, ਜੋ ਪਿਆਸਾ ਹੈ ਮੇਰੇ ਕੋਲ ਆਓ। ਤਦ ਕਿ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਜਿੱਥੇ ਪਰਮੇਸ਼ੁਰ ਰਹਿੰਦੇ ਹਨ। ਪਰਮੇਸ਼ੁਰ ਨੇ ਕਿਹਾ, ਆਓ। ਮਨੁੱਖ ਜਾਤੀ ਦੀ ਆਸ ਅਰਥਾਤ ਪਰਮੇਸ਼ੁਰ ਨੂੰ ਪਾਉਣ ਦੇ ਲਈ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਜਿੱਥੇ ਪਰਮੇਸ਼ੁਰ ਹੈ। ਅਸੀਂ ਪਰਮੇਸ਼ੁਰ ਤੋਂ ਇਸ ਤਰ੍ਹਾਂ ਦੇ ਅਸਪਸ਼ਟ ਸਿਧਾਂਤ ਜਾਂ ਵਿਚਾਰ ਦੁਆਰਾ ਨਹੀਂ ਮਿਲ ਸਕਦੇ ਜੋ ਸਿਰਫ ਸਾਡੇ ਮਨ ਤੋਂ ਆਉਂਦੇ ਹਨ। ਇਸ ਦੇ ਬਦਲੇ ਸਾਨੂੰ ਉਸ ਥਾਂ ਤੇ ਵਾਪਸ ਜਾਣਾ ਚਾਹੀਦਾ ਹੈ ਜਿਸ ਨੂੰ ਪਰਮੇਸ਼ੁਰ ਨੇ ਭਵਿੱਖਬਾਣੀਆਂ ਦੁਆਰਾ ਨਿਯੁਕਤ ਕੀਤਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਲੋਕ ਬਣੀਏ ਜੋ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਇਹ ਭਵਿੱਖ ਸੂਚਕ ਥਾਂ ਹੈ ਜਾਂ ਸਿਰਫ ਇੱਕ ਸਧਾਰਨ ਇਮਾਰਤ। 2000 ਸਾਲ ਪਹਿਲਾਂ ਯੀਸ਼ੂ ਨੇ ਗੱਦੀ ਦੇ ਬੱਚੇ ਤੇ ਸਵਾਰ ਹੋ ਕੇ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ। ਇਸ ਦੀ ਭਵਿੱਖਬਾਣੀ ਜ਼ਕਰਿਆ ਅਧਿਆਇ 9 ਵਿੱਚ ਕੀਤੀ ਗਈ ਸੀ। ਜੋ ਯੀਸ਼ੂ ਦੇ ਅੱਗੇ ਪਿੱਛੇ ਚੱਲੇ ਆਉਂਦੇ ਸੀ, ਉਹਨਾਂ ਨੇ ਪੁਕਾਰ ਕੇ ਕਿਹਾ, ਹੋਸ਼ੰਨਾ, ਧੰਨ ਹੈ ਉਹ ਜੋ ਦਾਊਦ ਦੇ ਨਾਮ ਨਾਲ ਆਉਂਦੇ ਹਨ। ਉਹਨਾਂ ਨੇ ਯੀਸ਼ੂ ਦੀ ਪ੍ਰਸ਼ੰਸਾ ਕੀਤੀ ਅਤੇ ਯੀਸ਼ੂ ਦੇ ਲਈ ਆਪਣੇ ਆਪਣੇ ਕੱਪੜੇ ਰਾਹ ਵਿੱਚ ਵਿਛਾ ਦਿੱਤੇ। ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ, ਪਰ ਉੱਥੇ ਮੌਜੂਦ ਲੋਕਾਂ ਨੂੰ ਅਹਿਸਾਸ ਨਹੀਂ ਹੋਇਆ ਕਿ ਜਿਸ ਗਧੇ ਤੇ ਯੀਸ਼ੂ ਸਵਾਰੀ ਕਰ ਰਹੇ ਸੀ, ਉਸ ਗਧੇ ਦੀ ਭਵਿੱਖਬਾਣੀ ਪਹਿਲਾਂ ਤੋਂ ਹੀ ਕੀਤੀ ਗਈ ਸੀ। ਉਹ ਇਸ ਗੱਲ ਤੋਂ ਅਣਜਾਣ ਸੀ
ਕਿ ਜੋ ਕੰਮ ਯੀਸ਼ੂ ਪੂਰਾ ਕਰ ਰਹੇ ਹਨ ਉਹ ਭਵਿੱਖਬਾਣੀ ਦੀ ਪੂਰਤੀ ਦਾ ਇੱਕ ਹਿੱਸਾ ਹੈ। ਉਹਨਾਂ ਨੇ ਨਾ ਤਾਂ ਸਮਝਿਆ ਅਤੇ ਨਾ ਹੀ ਅਹਿਸਾਸ ਕੀਤਾ ਕਿ ਉਹ ਭਵਿੱਖਬਾਣੀ ਦੀ ਥਾਂ ਤੇ ਹਨ। ਅੱਜ ਅਸੀਂ ਪਰਮੇਸ਼ਵਰ ਨਾਲ ਮਿਲ ਰਹੇ ਹਾਂ ਜੋ ਮਨੁੱਖ ਜਾਤੀ ਦੀ ਆਸ ਹੈ। ਫਿਰ ਵੀ ਇਸ ਤਰ੍ਹਾਂ ਦੇ ਲੋਕ ਹਨ ਜੋ ਇਹ ਨਾ ਸਮਝ ਕੇ ਕਿ ਪਰਮੇਸ਼ਵਰ ਨੂੰ ਮਿਲਣਾ ਅਸਲ ਵਿੱਚ ਅਦਭੁਤ ਹੈ, ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਬਾਈਬਲ ਸਾਨੂੰ ਉਸ ਥਾਂ ਦੇ ਵਿਸ਼ੇ ਵਿੱਚ ਕੀ ਕਹਿੰਦੀ ਹੈ ਜਿੱਥੇ ਮਨੁੱਖ ਜਾਤੀ ਦੀ ਆਸ ਅਰਥਾਤ ਪਰਮੇਸ਼ਵਰ ਰਹਿੰਦੇ ਹਨ। ਬਾਈਬਲ ਕਹਿੰਦੀ ਹੈ ਕਿ ਉਹ ਸਿਯੋਨ ਹੈ। ਸਿਯੋਨ ਹੀ ਉਹਨਾਂ ਦੇ ਅਨੰਤ ਰਹਿਣ ਦੀ ਥਾਂ ਹੈ। ਜੇਕਰ ਅਸੀਂ ਪਰਮੇਸ਼ਵਰ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਸਿਯੋਨ ਜਾ ਕੇ ਪਰਮੇਸ਼ਵਰ ਨੂੰ ਲੱਭੀਏ। ਪੂਰੀ ਮਨੁੱਖ ਜਾਤੀ ਦੇ ਭਵਿੱਖ ਅਤੇ ਆਸ ਅਰਥਾਤ ਪਰਮੇਸ਼ਵਰ ਨੂੰ ਮਿਲਣ ਦੇ ਲਈ ਜਿੱਥੇ ਸਾਨੂੰ ਜਾਣਾ ਚਾਹੀਦਾ ਹੈ ਉਹ ਸਿਯੋਨ ਹੈ। ਆਓ ਅਸੀਂ ਯਸ਼ਾਇਆ ਅਧਿਆਇ 33 ਦੇਖੀਏ। ਅਧਿਆਇ 33 ਵਚਨ 20। ਸਿਯੋਨ ਨੂੰ ਤੱਕ, ਸਾਡੇ ਮਿੱਥੇ ਹੋਏ ਪਰਵਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਆਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ। ਸਾਡੇ ਪਰਵਾਂ ਦੇ ਨਗਰ ਨੂੰ ਕੀ ਕਹਿੰਦੇ ਹਨ? ਭਵਿੱਖ ਸੂਚਕ ਰੂਪ ਨਾਲ ਇਹ ਸਿਯੋਨ ਹੈ। ਇਸ ਤਰ੍ਹਾਂ ਦਾ ਚਰਚ ਹੈ ਜੋ ਪਰਮੇਸ਼ਵਰ ਦੇ ਪਰਬਾਂ ਨੂੰ ਮਨਾਉਂਦਾ ਹੈ। ਜਿੱਥੇ ਪਰਬ ਮਨਾਏ ਜਾਂਦੇ ਹਨ ਅਤੇ ਜਿੱਥੇ ਲੋਕ ਪਰਬ ਮਨਾਉਣ ਦੇ ਲਈ ਇਕੱਠੇ ਹੁੰਦੇ ਹਨ ਉਹ ਸਿਯੋਨ ਹੈ। ਇਸ ਪਲ ਅਸੀਂ ਸਭ ਭਵਿੱਖਬਾਣੀ ਦੀ ਥਾਂ ਤੇ ਇਕੱਠੇ ਹੋਏ ਹਾਂ ਜਿੱਥੇ ਪਰਮੇਸ਼ਵਰ ਰਹਿੰਦੇ ਹਨ। ਤੁਸੀਂ ਸਾਰੇ ਇਸ ਥਾਂ ਤੇ ਮਨੁੱਖ ਜਾਤੀ ਦੀ ਆਸ ਅਰਥਾਤ ਪਰਮੇਸ਼ਵਰ ਨੂੰ ਲੱਭਣ ਅਤੇ ਉਹਨਾਂ ਨੂੰ ਮਿਲਣ ਆਏ ਹੋ। ਕੀ ਇਹ ਸੱਚ ਨਹੀਂ? ਪਰਮੇਸ਼ਵਰ ਨੇ ਕਿਹਾ ਕਿ ਮੈਂ ਸਿਯੋਨ ਵਿੱਚ ਹਮੇਸ਼ਾ ਤੁਹਾਡੇ ਨਾਲ ਰਹਾਂਗਾ ਅਤੇ ਹੁਣ ਅਸੀਂ ਸਿਯੋਨ ਵਿੱਚ ਹਾਂ ਜਿੱਥੇ ਪਰਮੇਸ਼ਵਰ ਸਾਡੇ ਨਾਲ ਹਨ। ਆਓ ਅਸੀਂ ਵਚਨ 21 ਦੇ ਨਾਲ ਜਾਰੀ ਰੱਖੀਏ। ਉੱਥੇ ਕਿਸ ਥਾਂ ਨੂੰ ਸੰਕੇਤ ਕਰਦਾ ਹੈ? ਸਿਯੋਨ ਨੂੰ। ਯਹੋਵਾ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ। ਯਹੋਵਾ ਤਾਂ ਸਾਡਾ ਨਿਆਈ ਹੈ। ਯਹੋਵਾ ਸਾਡਾ ਵਿਧੀਆਂ ਦੇਣ ਵਾਲਾ ਹੈ। ਯਹੋਵਾ ਸਾਡਾ ਪਾਤਸ਼ਾਹ ਹੈ। ਉਹ ਸਾਨੂੰ ਬਚਾਵੇਗਾ। ਤੇਰੇ ਰੱਸੇ ਢਿੱਲੇ ਹਨ, ਉਹ ਬਾਦਬਾਨ ਉਹਦੇ ਥਾਂ ਤੇ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ। ਤਦ ਸ਼ਿਕਾਰ ਅਰ ਲੁੱਟ ਵਾਫਰੀ ਨਾਲ ਵੰਡੀ ਜਾਵੇਗੀ। ਲੰਗੇ ਵੀ ਲੁੱਟ ਲੁੱਟਣਗੇ। ਕੋਈ ਵਾਸੀ ਨਾ ਆਖੇਗਾ ਮੈਂ ਬਿਮਾਰ ਹਾਂ। ਜਿਹੜੇ ਲੋਕ ਉਸ ਵਿੱਚ ਵਸਦੇ ਹਨ, ਜੋ ਲੋਕ ਸਿਯੋਨ ਵਿੱਚ ਵਸਦੇ ਹਨ, ਉਹਨਾਂ ਦੀ ਬਦੀ ਮਾਫ ਕੀਤੀ ਜਾਵੇਗੀ। ਉਹਨਾਂ ਦੀ ਬਦੀ ਮਾਫ ਕੀਤੀ ਜਾਵੇਗੀ। ਇਸ ਕਰਕੇ ਪੂਰੀ ਮਨੁੱਖ ਜਾਤੀ ਨੂੰ ਸਿਰਫ ਪਰਮੇਸ਼ਵਰ ਤੋਂ ਆਸ ਰੱਖਣੀ ਚਾਹੀਦੀ ਹੈ। ਸਾਡਾ ਜੀਵਨ ਛੋਟਾ ਹੈ ਅਤੇ ਜਲਦੀ ਬੀਤ ਜਾਂਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਕੱਲ ਅਸੀਂ 20 ਸਾਲ ਦੇ ਸੀ ਪਰ ਹੁਣ ਅਸੀਂ 30 ਸਾਲ ਦੇ ਹੋ ਗਏ ਹਾਂ। ਇਸ ਤਰ੍ਹਾਂ ਲੱਗਦਾ ਹੈ ਕਿ ਕੱਲ ਅਸੀਂ 30 ਸਾਲ ਦੇ ਸੀ ਪਰ ਹੁਣ ਅਸੀਂ 40 ਸਾਲ ਦੇ ਹੋ ਗਏ। ਇਸ ਤਰ੍ਹਾਂ ਲੱਗਦਾ ਹੈ ਕਿ ਕੱਲ ਹੀ ਅਸੀਂ 40 ਸਾਲ ਦੇ ਸੀ ਪਰ ਹੁਣ ਅਸੀਂ 50, 60 ਅਤੇ 70 ਸਾਲ ਦੇ ਹੋ ਗਏ ਹਾਂ। ਸਾਡਾ ਜੀਵਨ ਇੱਕ ਹੀ ਪਲ ਵਿੱਚ ਬੀਤ ਜਾਂਦਾ ਹੈ। ਸਭ ਕੁਝ ਜਲਦੀ ਹੀ ਬੀਤ ਜਾਂਦਾ ਹੈ। ਸਾਡੇ ਜੀਵਨ ਦੀ ਅਸਲੀਅਤ ਇਹੀ ਹੈ। ਲੋਕ ਪਰੀਆਂ ਦੀ ਕਹਾਣੀ ਦੇ ਉਸ ਮੁੰਡੇ ਦੇ ਵਾਂਗ ਹਨ ਜੋ ਹਰ ਦਿਨ ਸਤਰੰਗੀ ਪਿੰਗ ਫੜਨ ਦੇ ਲਈ ਸਤਰੰਗੀ ਪਿੰਗ ਦਾ ਪਿੱਛਾ ਕਰਦਾ ਰਹਿੰਦਾ ਸੀ। ਉਹ ਮੁੰਡਾ ਕਹਿੰਦਾ ਹੁੰਦਾ ਸੀ ਸਤਰੰਗੀ ਪਿੰਗ ਉੱਥੇ ਪਹਾੜ ਤੇ ਹੈ, ਇਸ ਲਈ ਮੈਨੂੰ ਉਸ ਨੂੰ ਪਾਉਣ ਦੇ ਲਈ ਸਿਰਫ ਉਸ ਪਹਾੜ ਤੇ ਪਹੁੰਚਣਾ ਪਵੇਗਾ। ਇਸ ਲਈ ਉਹ ਦੌੜਿਆ ਜਾਂਦਾ ਹੈ ਪਰ ਫਿਰ ਸਤਰੰਗੀ ਪਿੰਗ ਸਮੁੰਦਰ ਦੇ ਉੱਪਰ ਹੁੰਦੀ ਹੈ। ਫਿਰ ਉਹ ਖੁਦ ਨੂੰ ਕਹਿੰਦਾ ਸੀ ਮੈਨੂੰ ਹੁਣ ਸਤਰੰਗੀ ਪਿੰਗ ਨੂੰ ਫੜਨ ਦੇ ਲਈ ਸਮੁੰਦਰ ਦੇ ਵੱਲ ਜਾਣ ਦੀ ਜ਼ਰੂਰਤ ਹੈ। ਉਹ ਜੀਵਨ ਭਰ ਸਤਰੰਗੀ ਪਿੰਗ ਦਾ ਪਿੱਛਾ ਕਰਦਾ ਰਿਹਾ ਪਰ ਕਦੀ ਵੀ ਨਹੀਂ ਫੜ ਸਕਿਆ। ਕਿ ਪਰਮੇਸ਼ਵਰ ਨੇ ਉਪਦੇਸ਼ਕ ਅਧਿਆਇ 1 ਵਚਨ 1 ਵਿੱਚ ਪਹਿਲਾਂ ਤੋਂ ਨਹੀਂ ਕਿਹਾ ਕਿ ਅਸੀਂ ਸਤਰੰਗੀ ਪਿੰਗ ਨੂੰ ਕਦੀ ਵੀ ਨਹੀਂ ਫੜ ਸਕਦੇ? ਲਿਖਿਆ ਹੈ ਵਿਅਰਥ ਹੀ ਵਿਅਰਥ, ਵਿਅਰਥ ਹੀ ਵਿਅਰਥ, ਸਭ ਕੁਝ ਵਿਅਰਥ ਹੈ। ਸਾਡੇ ਵਿੱਚ ਸਦੀਪਕ ਸਵਰਗ ਦੇ ਰਾਜ ਦੀ ਆਸ ਹੋਣੀ ਚਾਹੀਦੀ ਹੈ। ਕਿ ਇਸ ਲਈ ਪਰਮੇਸ਼ਵਰ ਨੇ ਸਦੀਪਕ ਦੁਨੀਆ ਤਿਆਰ ਨਹੀਂ ਕੀਤੀ ਜਿੱਥੇ ਅਸੀਂ ਬੁੱਢੇ ਨਹੀਂ ਹੁੰਦੇ ਅਤੇ ਜਿੱਥੇ ਨਾ ਮੌਤ, ਨਾ ਦਰਦ, ਨਾ ਦੁੱਖ ਅਤੇ ਨਾ ਸੋਗ ਹੈ। ਸਾਡੇ ਵਿੱਚ ਸਦੀਪਕ ਸਵਰਗ ਦੇ ਰਾਜ ਦੀ ਆਸ ਹੋਣੀ ਚਾਹੀਦੀ ਹੈ। ਪਰ ਕਦੀ-ਕਦੀ ਅਸੀਂ ਡਗਮਗਾ ਕੇ ਇਸ ਧਰਤੀ ਦੀ ਆਸ ਰੱਖਦੇ ਹਾਂ। ਅਸੀਂ ਆਸਾਨੀ ਨਾਲ ਬੇਚੈਨੀ ਅਤੇ ਦਰਦ ਵਿੱਚ ਪੈ ਜਾਂਦੇ ਹਾਂ। ਸਾਰੇ ਲੋਕੋ, ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ ਇਸ ਲਈ ਇਸ ਧਰਤੀ ਦੀਆਂ ਚੀਜ਼ਾਂ ਦੇ ਪਿੱਛੇ ਨਾ ਭੱਜੀਏ ਕਿਉਂਕਿ ਉਹ ਦਿਖਦੀਆਂ ਹਨ। ਸਤਰੰਗੀ ਪਿੰਗ ਬਾਰੇ ਸੋਚੋ ਜਿਸ ਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਫੜ ਨਹੀਂ ਸਕਦੇ। ਇਸ ਲਈ ਪਰਮੇਸ਼ਵਰ ਨੇ ਉਪਦੇਸ਼ਕ ਦੇ ਲੇਖਕ ਨੂੰ ਹੇਠਾਂ ਗੱਲ ਲਿਖਣ ਦਿੱਤੀ। ਉਪਦੇਸ਼ਕ ਦਾ ਇਹ ਵਚਨ ਹੈ ਵਿਅਰਥ ਹੀ ਵਿਅਰਥ, ਵਿਅਰਥ ਹੀ ਵਿਅਰਥ, ਸਭ ਕੁਝ ਵਿਅਰਥ ਹੈ। ਉਸ ਸਾਰੀ ਮਿਹਨਤ ਨਾਲ ਜਿਸ ਨੂੰ ਮਨੁੱਖ ਧਰਤੀ ਤੇ ਕਰਦਾ ਹੈ ਉਸ ਨੂੰ ਕੀ ਲਾਭ ਪ੍ਰਾਪਤ ਹੁੰਦਾ ਹੈ?
ਇੱਕ ਪੀੜ੍ਹੀ ਜਾਂਦੀ ਹੈ ਅਤੇ ਦੂਸਰੀ ਪੀੜ੍ਹੀ ਆਉਂਦੀ ਹੈ, ਪਰ ਧਰਤੀ ਹਮੇਸ਼ਾ ਬਣੀ ਰਹਿੰਦੀ ਹੈ। ਇਸ ਪਲ ਤੋਂ ਮਨੁੱਖ ਜਾਤੀ ਨੂੰ ਚਾਹੀਦਾ ਹੈ ਕਿ ਉਹ ਪਰਮੇਸ਼ਵਰ ਤੋਂ ਆਸ ਰੱਖੇ, ਜੋ ਅਸਲ ਵਿੱਚ ਮੌਜੂਦਗੀ ਵਿੱਚ ਹੈ ਅਤੇ ਜਿਨ੍ਹਾਂ ਨੂੰ ਅਸੀਂ ਮਿਲ ਸਕਦੇ ਹਾਂ। ਸਿਰਫ ਸੰਸਾਰਿਕ ਜੀਵਨ ਨੂੰ ਦੇਖਣ ਦੇ ਬਦਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਸਵਰਗ ਦੇ ਸਦੀਪਕ ਰਾਜ ਨੂੰ ਵੀ ਦੇਖੀਏ। ਸਾਨੂੰ ਪੂਰੀ ਤਰ੍ਹਾਂ ਨਾਲ ਅਹਿਸਾਸ ਕਰਕੇ ਪਰਮੇਸ਼ਵਰ ਤੇ ਆਸ ਰੱਖਣ ਦੀ ਜ਼ਰੂਰਤ ਹੈ, ਜੋ ਸਾਡੇ ਪਾਪਾਂ ਨੂੰ ਮਾਫ ਕਰਨ ਦੇ ਲਈ ਇਸ ਧਰਤੀ ਤੇ ਆਏ ਹਨ। ਉਹਨਾਂ ਨੂੰ ਲੱਭਣਾ ਅਤੇ ਉਹਨਾਂ ਨੂੰ ਮਿਲਣਾ ਜ਼ਰੂਰੀ ਹੈ। ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ। 2000 ਸਾਲ ਪਹਿਲਾਂ ਪਰਮੇਸ਼ਵਰ ਨੇ ਸਾਨੂੰ ਉਹਨਾਂ ਦੇ ਕੋਲ ਆਉਣ ਨੂੰ ਕਿਹਾ, ਅਤੇ ਕਿ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਵੀ ਪਰਮੇਸ਼ਵਰ ਉਹੀ ਗੱਲ ਨਹੀਂ ਕਹਿ ਰਹੇ, ਆ ਕੇ ਮੈਨੂੰ ਲੱਭੋ। ਪਰ ਬਹੁਤ ਸਾਰੇ ਲੋਕ ਪਰਮੇਸ਼ਵਰ ਤੇ ਨਹੀਂ, ਪਰ ਪ੍ਰਸਿੱਧੀ ਜਾਂ ਉਲਟ ਲਿੰਗ ਦੇ ਨਾਲ ਰੋਮਾਂਟਿਕ ਸੰਬੰਧ ਵਰਗੀਆਂ ਸੰਸਾਰਿਕ ਚੀਜ਼ਾਂ ਤੇ ਟਿਕੇ ਰਹਿੰਦੇ ਹਨ। ਬਹੁਤ ਸਾਰੇ ਲੋਕ ਸਤਰੰਗੀ ਪਿੰਗ ਦਾ ਪਿੱਛਾ ਕਰਨ ਵਾਲੇ ਮੁੰਡੇ ਦੇ ਵਾਂਗ ਬੇਕਾਰ ਚੀਜ਼ਾਂ ਦੇ ਪਿੱਛੇ ਭੱਜ ਰਹੇ ਹਨ। ਜਦੋਂ ਸੁਲੇਮਾਨ ਨੇ ਆਪਣੇ ਜੀਵਨ ਬਾਰੇ ਚਿੰਤਾ ਕੀਤੀ ਤਦ ਕਿਹਾ, ਵਿਅਰਥ ਹੀ ਵਿਅਰਥ, ਵਿਅਰਥ ਹੀ ਵਿਅਰਥ, ਸਭ ਕੁਝ ਵਿਅਰਥ ਹੈ। ਮੈਂ ਬਹੁਤ ਸਾਰੀ ਮਨਮੋਹਨੀਆਂ, ਸੁਰੀਤਾਂ ਅਤੇ ਧਨ ਅਤੇ ਗਿਆਨ ਬਹੁਤ ਮਾਤਰਾ ਵਿੱਚ ਰੱਖਿਆ। ਮੇਰੀ ਵੱਡੀ ਪ੍ਰਸਿੱਧੀ ਸੀ, ਪਰ ਅੰਤ ਇਹ ਸਭ ਵਿਅਰਥ ਹੈ। ਉਸਨੇ ਜ਼ੋਰ ਦਿੱਤਾ ਕਿ ਪਰਮੇਸ਼ਵਰ ਦਾ ਡਰ ਮੰਨਣਾ, ਉਹਨਾਂ ਦੇ ਹੁਕਮਾਂ ਨੂੰ ਮੰਨਣ ਵਾਲੇ ਲੋਕ ਉਚਿਤ ਜੀਵਨ ਜੀ ਰਹੇ ਹਨ। ਇਸ ਲਈ ਸਾਨੂੰ ਸਿਯੋਨ ਵਿੱਚ ਆਤਮਾ ਤੇ ਲਾੜੀ ਨਾਲ ਮਿਲਣਾ ਚਾਹੀਦਾ ਹੈ, ਜੋ ਸਾਡੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਹਨ, ਅਤੇ ਜੋ ਮਨੁੱਖ ਜਾਤੀ ਦੀ ਆਸ ਹੈ। ਆਓ ਅਸੀਂ ਸਵਰਗੀ ਪਿਤਾ ਅਤੇ ਮਾਤਾ ਦਾ ਡਰ ਮੰਨੀਏ ਅਤੇ ਉਹਨਾਂ ਦੀ ਅਗਵਾਈ ਦਾ ਪਿੱਛਾ ਕਰਦੇ ਹੋਏ ਸਵਰਗ ਦੇ ਰਾਜ ਵਿੱਚ ਜਾਈਏ। ਸਾਨੂੰ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਕਿਉਂ ਹੈ? ਪਰਮੇਸ਼ਵਰ ਨੇ ਕਿਹਾ, ਹੇ ਸਾਰੇ ਥੱਕੇ ਹੋਇਓ ਅਤੇ ਭਾਰ ਥੱਲੇ ਦੱਬੇ ਹੋਏ ਲੋਕੋ, ਮੇਰੇ ਕੋਲ ਆਓ। ਅਤੇ ਸਾਡੇ ਲਈ ਭਵਿੱਖ ਸੂਚਕ ਆਦਰਸ਼ ਛੱਡ ਦਿੱਤਾ। ਆਓ ਅਸੀਂ ਮੱਤੀ ਅਧਿਆਇ 9 ਤੇ ਜਾਈਏ। ਅਧਿਆਇ 9 ਵਚਨ 1 ਵਿੱਚ ਲਿਖਿਆ ਹੈ, ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਰ ਆਪਣੇ ਨਗਰ ਵਿੱਚ ਆਇਆ, ਅਤੇ ਵੇਖੋ ਇੱਕ ਮੰਜੀ ਉੱਤੇ ਪਏ ਹੋਏ ਅਧਰੰਗੀ ਨੂੰ ਉਸ ਕੋਲ ਲਿਆਏ। ਅਤੇ ਯੀਸ਼ੂ ਨੇ ਉਹਨਾਂ ਦੀ ਨੇਚਾ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤਰ, ਹੌਸਲਾ ਰੱਖ, ਤੇਰੇ ਪਾਪ ਮਾਫ ਹੋਏ। ਅਤੇ ਵੇਖੋ ਕਈਆਂ ਗ੍ਰੰਥੀਆਂ ਨੇ ਆਪਣੇ ਮਨ ਵਿੱਚ ਕਿਹਾ, ਜੋ ਇਹ ਕੁਫਰ ਬਕਦਾ ਹੈ। ਤਾਂ ਯੀਸ਼ੂ ਨੇ ਉਹਨਾਂ ਦੀ ਸੋਚ ਵਿਚਾਰ ਮਾਲੂਮ ਕਰਕੇ ਆਖਿਆ, ਤੁਸੀਂ ਕਾਹਨੂੰ ਆਪਣੇ ਮਨ ਵਿੱਚ ਬੁਰੇ ਵਿਚਾਰ ਕਰਦੇ ਹੋ? ਭਲਾ ਕਿਹੜੀ ਗੱਲ ਸੁਖਾਲੀ ਹੈ, ਇਹ ਕਹਿਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਭਾਈ ਉੱਠ ਅਤੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ, ਜੋ ਮਨੁੱਖ ਦੇ ਪੁੱਤਰ ਨੂੰ ਕਿਸ ਪ੍ਰਕਾਰ ਦਾ ਅਧਿਕਾਰ ਹੈ, ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ। ਯੀਸ਼ੂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਮੈਨੂੰ ਪਾਪ ਮਾਫ ਕਰਨ ਦਾ ਅਧਿਕਾਰ ਹੈ। ਇਸ ਲਈ ਉਹਨਾਂ ਨੇ ਕਿਹਾ, ਤੇਰੇ ਪਾਪ ਮਾਫ ਹੋਏ। ਭਾਵੇਂ ਹੀ ਇਹ ਰੋਗ ਤੁਹਾਡੇ ਤੋਂ ਦੂਰ ਹੋ ਗਿਆ ਹੈ, ਕਹਿਣਾ ਸੌਖਾ ਹੁੰਦਾ, ਪਰ ਉਹਨਾਂ ਨੇ ਕਿਹਾ, ਤੁਹਾਡੇ ਪਾਪ ਮਾਫ ਹੋਏ। ਅਸੀਂ ਇਸ ਧਰਤੀ ਤੇ ਕਿਉਂ ਜੀ ਰਹੇ ਹਾਂ? ਕਿ ਸਾਡੇ ਹੀ ਪਾਪਾਂ ਦੇ ਕਰਕੇ ਸਾਨੂੰ ਸਵਰਗ ਤੋਂ ਧਰਤੀ ਤੇ ਸੁੱਟ ਨਹੀਂ ਦਿੱਤਾ ਗਿਆ, ਅਤੇ ਹੁਣ ਸਾਨੂੰ ਇਹ ਸੰਸਾਰਿਕ ਜੀਵਨ ਜਿਉਣਾ ਪੈ ਰਿਹਾ ਹੈ। ਤਦ ਉਹ ਇੱਕੋ ਇੱਕ ਕੌਣ ਹੈ ਜੋ ਸਾਡੇ ਪਾਪ ਚੁੱਕ ਲੈ ਜਾ ਸਕਦਾ ਹੈ ਅਤੇ ਸਾਨੂੰ ਪਾਪਾਂ ਦੀ ਮਾਫੀ ਦੇ ਸਕਦਾ ਹੈ? ਉਹ ਸਿਰਫ ਪਰਮੇਸ਼ਵਰ ਹੈ। ਪਰਮੇਸ਼ਵਰ ਹੀ ਪੂਰੀ ਮਨੁੱਖ ਜਾਤੀ ਦੀ ਆਸ ਹੈ। ਅਸੀਂ ਇਸ ਧਰਤੀ ਤੇ ਸਿਰਫ ਪੈਸੇ ਕਮਾਉਣ, ਪ੍ਰਸਿੱਧੀ ਦਾ ਮਜ਼ਾ ਲੈਣ ਅਤੇ ਦੂਸਰਿਆਂ ਤੋਂ ਵੀ ਜ਼ਿਆਦਾ ਗਿਆਨ ਹਾਸਲ ਕਰਨ ਦੇ ਲਈ ਨਹੀਂ ਜੀ ਰਹੇ। ਭਾਵੇਂ ਹੀ ਕਿਸੇ ਦੇ ਕੋਲ ਇਸ ਧਰਤੀ ਤੇ ਗਿਆਨ ਦਾ ਭੰਡਾਰ ਹੋਵੇ, ਇਸ ਦੀ ਤੁਲਨਾ ਸਵਰਗ ਦੇ ਗਿਆਨ ਨਾਲ ਨਹੀਂ ਕੀਤੀ ਜਾ ਸਕਦੀ। ਇਸ ਲਈ ਸੁਲੇਮਾਨ ਨੇ ਵੱਡੀ ਬੁੱਧੀ, ਧਨ ਅਤੇ ਪ੍ਰਸਿੱਧੀ ਹੋਣ ਤੇ ਵੀ ਕਿਹਾ, ਵਿਅਰਥ ਹੀ ਵਿਅਰਥ, ਵਿਅਰਥ ਹੀ ਵਿਅਰਥ, ਸਭ ਕੁਝ ਵਿਅਰਥ ਹੈ। ਇਸ ਦਾ ਅਰਥ ਹੈ ਅੰਤ ਇਹ ਸਭ ਕੁਝ ਵੀ ਨਹੀਂ ਹੈ। ਪਰ ਇਸ ਧਰਤੀ ਤੇ ਪੈਦਾ ਹੋਏ ਲੋਕ ਹੁਣ ਵੀ ਇਹਨਾਂ ਚੀਜ਼ਾਂ ਦਾ ਪਿੱਛਾ ਕਰਦੇ ਹੋਏ ਇਸ ਤਰ੍ਹਾਂ ਦੇ ਰਾਹ ਦਾ ਪਿੱਛਾ ਕਰ ਰਹੇ ਹਨ। ਸਾਰੇ ਲੋਕੋ, ਅਸੀਂ ਪਰਮੇਸ਼ਵਰ ਦੇ ਬੁਲਾਏ ਜਾਣ ਤੇ ਉੱਤਰ ਦੇ ਕੇ ਮਨੁੱਖ ਜਾਤੀ ਦੀ ਆਸ ਅਰਥਾਤ ਪਰਮੇਸ਼ਵਰ ਦੇ ਕੋਲ ਆਏ ਹਾਂ। ਸਾਨੂੰ ਇਸ ਗੱਲ ਤੇ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਕੋਲ ਆਏ ਹਾਂ ਅਤੇ ਸਿਯੋਨ ਵਿੱਚ ਰਹਿੰਦੇ ਹਾਂ। ਅਸੀਂ ਪੂਰੀ ਮਨੁੱਖ ਜਾਤੀ ਵਿੱਚੋਂ ਸਭ ਤੋਂ ਧਰਮੀ, ਉੱਚੇ ਪੱਧਰ ਦਾ ਜੀਵਨ ਜੀ ਰਹੇ ਹਾਂ। ਸਾਡਾ ਮਕਸਦ ਸਵਰਗ ਵਿੱਚ ਜਾਣਾ ਹੈ।
ਜੇਕਰ ਇਸ ਧਰਤੀ ਤੇ ਸਾਡੇ ਜੀਵਨ ਦਾ ਅੰਤ ਹੁੰਦਾ ਹੈ, ਤਦ ਇਸ ਦਾ ਅਰਥ ਇਹ ਨਹੀਂ ਹੈ ਕਿ ਸਾਡਾ ਪੂਰਾ ਜੀਵਨ ਖਤਮ ਹੋ ਜਾਂਦਾ ਹੈ। ਪਰਮੇਸ਼ਵਰ ਦੇ ਕਹਿਣ ਦਾ ਅਰਥ ਸੀ, ਇਸ ਗੱਲ ਨੂੰ ਸਮਝੋ ਕਿ ਭਾਵੇਂ ਹੀ ਮੈਂ ਸਰੀਰ ਵਿੱਚ ਹਾਂ ਅਤੇ ਲੋਕ ਮੈਨੂੰ ਇੱਕ ਤਰਖਾਣ ਦੇ ਪੁੱਤਰ ਦੇ ਨਾਮ ਨਾਲ ਜਾਣਦੇ ਹਨ, ਪਰ ਮੈਂ ਉਹ ਹਾਂ ਜੋ ਤੁਹਾਡੇ ਪਾਪਾਂ ਨੂੰ ਮਾਫ ਕਰ ਸਕਦਾ ਹੈ। ਇੱਕੋ ਜੀ ਕਹਾਣੀ ਲੂਕਾ ਰਚਿਤ ਖੁਸ਼ਖਬਰੀ ਵਿੱਚ ਵੀ ਲਿਖੀ ਗਈ ਹੈ। ਆਓ ਅਸੀਂ ਉੱਥੇ ਜਾਈਏ। ਲੂਕਾ ਅਧਿਆਇ 5 ਵਚਨ 17। ਇੱਕ ਦਿਨ ਇਹ ਹੋਇਆ ਕਿ ਜਿਸ ਵੇਲੇ ਉਹ ਉਪਦੇਸ਼ ਕਰਦਾ ਸੀ ਤਾਂ ਕਈ ਫਰੀਸੀ ਅਤੇ ਤੁਰੇ ਤੇ ਪੜਾਉਣ ਵਾਲੇ ਜਿਹੜੇ ਗਲੀਲ ਦੇ ਹਰ ਇੱਕ ਪਿੰਡ ਅਤੇ ਯਹੂਦੀਆ ਤੇ ਯਰੂਸ਼ਲਮ ਤੋਂ ਆਏ ਸਨ, ਉੱਥੇ ਬੈਠੇ ਅਰ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਹਦੇ ਨਾਲ ਸੀ। ਅਰ ਵੇਖੋ, ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ ਮੰਜੇ ਉੱਤੇ ਲਿਆਏ ਅਤੇ ਚਾਹਿਆ ਜੋ ਉਹਨੂੰ ਅੰਦਰ ਲੈ ਜਾ ਕੇ ਉਹਦੇ ਅੱਗੇ ਰੱਖਣ। ਅਰ ਜਾਂ ਉਹਨਾਂ ਨੇ ਭੀੜ ਦੇ ਕਾਰਨ ਉਹਨੂੰ ਅੰਦਰ ਲੈ ਜਾਣ ਦਾ ਕੋਈ ਢੰਗ ਨਾ ਵੇਖਿਆ ਤਾਂ ਕੋਠੇ ਉੱਤੇ ਚੜ੍ਹ ਗਏ ਅਤੇ ਖਪਰੈਲਾਂ ਦੇ ਵਿੱਚੋਂ ਦੀ ਉਹਨੂੰ ਮੰਜੀ ਸਣੇ ਯੀਸ਼ੂ ਦੇ ਅੱਗੇ ਵਿਚਕਾਰ ਲਮਕਾ ਦਿੱਤਾ ਅਤੇ ਉਸਨੇ ਉਹਨਾਂ ਦੀ ਨੇਚਾ ਵੇਖ ਕੇ ਕਿਹਾ, ਮਨੁੱਖਾ, ਤੇਰੇ ਪਾਪ ਤੈਨੂੰ ਮਾਫ ਹੋਏ। ਤਾਂ ਗ੍ਰੰਥੀ ਅਰ ਫਰੀਸੀ ਵਿਚਾਰ ਕਰਨ ਲੱਗੇ, ਭਈ ਇਹ ਕੌਣ ਹੈ ਜਿਹੜਾ ਕੁਫਰ ਬਕਦਾ ਹੈ? ਇੱਕ ਪਰਮੇਸ਼ਰ ਬਿਨਾਂ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ? ਪਰ ਯੀਸ਼ੂ ਨੇ ਉਹਨਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਹਨਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਸੋਚਦੇ ਹੋ? ਕਿਹੜੀ ਗੱਲ ਸੁਖਾਲੀ ਹੈ, ਇਹ ਕਹਿਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਭਾਈ ਉੱਠ ਅਤੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ। ਭਰਾਵੋ ਅਤੇ ਭੈਣੋ, ਅੱਜ ਕੱਲ੍ਹ ਲੋਕ ਯੀਸ਼ੂ ਨੂੰ ਬਹੁਤ ਅਸਾਧਾਰਨ ਮੰਨਦੇ ਹਨ, ਪਰ ਉਹਨਾਂ ਦਿਨਾਂ ਵਿੱਚ ਯੀਸ਼ੂ ਦੇ ਨਾਲ ਹੋਰ ਲੋਕਾਂ ਦੀ ਤੁਲਨਾ ਵਿੱਚ ਅਲੱਗ ਤਰੀਕਿਆਂ ਨਾਲ ਵਰਤਾਵ ਨਹੀਂ ਕੀਤਾ ਗਿਆ ਸੀ। ਉਹ ਸਰੀਰ ਵਿੱਚ ਸੀ ਅਤੇ ਬਾਕੀ ਸਾਰੇ ਲੋਕਾਂ ਦੇ ਵਾਂਗ ਇੱਕੋ ਜਿਹੇ ਹਾਲਾਤ ਵਿੱਚ ਸੀ। ਉਸ ਸਮੇਂ ਦੇ ਲੋਕਾਂ ਨੇ ਪੁੱਛਿਆ ਕਿ ਉਸ ਦਾ ਪਿਤਾ ਤਰਖਾਨ ਨਹੀਂ ਅਤੇ ਕਿ ਉਸ ਦੀ ਮਾਤਾ ਦਾ ਨਾਮ ਮਰੀਅਮ ਨਹੀਂ ਅਤੇ ਕਿ ਉਸ ਦੇ ਸਾਰੇ ਭਰਾ ਸਾਡੇ ਵਿੱਚ ਨਹੀਂ ਰਹਿੰਦੇ। ਉਸ ਯੁੱਗ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੀ ਨਜ਼ਰ ਨਾਲ ਦੇਖਿਆ ਗਿਆ। ਅੱਜ ਕੱਲ੍ਹ ਲੋਕ ਜਾਣਦੇ ਹਨ ਕਿ ਯੀਸ਼ੂ ਅਸਲ ਵਿੱਚ ਪਰਮੇਸ਼ਵਰ ਦਾ ਸਰੂਪ ਹੈ, ਇਸ ਲਈ ਉਹ ਉਹਨਾਂ ਦੀ ਉਪਾਸਨਾ ਕਰਦੇ ਹਨ। ਉਹ ਸਮਝਦੇ ਹਨ ਕਿ ਉਹ ਪਰਮੇਸ਼ਵਰ ਹੈ ਜੋ ਪੁੱਤਰ ਦੇ ਯੁੱਗ ਵਿੱਚ ਧਰਤੀ ਤੇ ਆਏ ਸੀ, ਪਰ ਉਸ ਸਮੇਂ ਦੇ ਲੋਕਾਂ ਦੀ ਨਜ਼ਰ ਵਿੱਚ ਉਹ ਆਮ ਵਿਅਕਤੀ ਸੀ। ਉਹਨਾਂ ਦੀ ਨਜ਼ਰ ਵਿੱਚ ਯੀਸ਼ੂ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਸੀ। ਪਰ ਉਹ ਕਿਸ ਪ੍ਰਕਾਰ ਦੇ ਅਧਿਕਾਰ ਦੇ ਨਾਲ ਆਏ? ਮੈਂ ਚਾਹੁੰਦਾ ਕਿ ਤੁਸੀਂ ਇਹ ਜਾਣ ਲਓ ਕਿ ਮੈਨੂੰ ਪਾਪ ਮਾਫ ਕਰਨ ਦਾ ਅਧਿਕਾਰ ਹੈ। ਇਸ ਲਈ ਭਾਵੇਂ ਹੀ ਉੱਠ ਤੁਰ ਫਿਰ ਕਹਿਣਾ ਆਸਾਨ ਹੋਣ ਤੇ ਵੀ ਯੀਸ਼ੂ ਨੇ ਕਿਹਾ, ਤੇਰੇ ਪਾਪ ਮਾਫ ਹੋਏ ਹਨ, ਕਿਉਂਕਿ ਉਹ ਉਹਨਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਮੈਨੂੰ ਪਾਪ ਮਾਫ ਕਰਨ ਦਾ ਅਧਿਕਾਰ ਹੈ। ਪਾਪੀਆਂ ਦੇ ਲਈ ਜੋ ਸਵਰਗ ਵਿੱਚ ਪਾਪ ਕਰਕੇ ਧਰਤੀ ਤੇ ਕੱਢ ਦਿੱਤੇ ਗਏ, ਸਭ ਤੋਂ ਖੁਸ਼ੀ ਦੀ ਖਬਰ ਕੀ ਹੈ? ਪਰਮੇਸ਼ਵਰ ਜੋ ਪਾਪਾਂ ਨੂੰ ਮਾਫ ਕਰ ਦਿੰਦੇ ਹਨ, ਪੂਰੀ ਮਨੁੱਖ ਜਾਤੀ ਦੀ ਆਸ ਹੈ। ਉਹ ਸਾਡੇ ਨਾਲ ਇੱਥੇ ਸਿਯੋਨ ਵਿੱਚ ਹੈ। ਪਰਮੇਸ਼ਵਰ ਪਾਪਾਂ ਨੂੰ ਮਾਫ ਕਰਨ ਅਤੇ ਸਾਨੂੰ ਸਦੀਪਕ ਜੀਵਨ ਦੀ ਆਸ਼ੀਸ਼ ਪ੍ਰਦਾਨ ਕਰਨ ਦੇ ਅਧਿਕਾਰ ਦੇ ਨਾਲ ਧਰਤੀ ਤੇ ਆਏ ਹਨ। ਸਾਨੂੰ ਸਾਰੇ ਲੋਕਾਂ ਨੂੰ ਕਹਿਣਾ ਚਾਹੀਦਾ ਹੈ, ਸਿਯੋਨ ਵਿੱਚ ਚਰਚ ਆਫ ਗੋਡ ਵਿੱਚ ਆਓ, ਜਿੱਥੇ ਆਤਮਾ ਤੇ ਲਾੜੀ ਰਹਿੰਦੇ ਹਨ ਅਤੇ ਜਿੱਥੇ ਪਰਮੇਸ਼ਵਰ ਦੇ ਪਰਬ ਮਨਾਏ ਜਾਂਦੇ ਹਨ। 2000 ਸਾਲ ਪਹਿਲਾਂ ਜਦੋਂ ਲੋਕਾਂ ਨੇ ਯੀਸ਼ੂ ਨੂੰ ਸਿਰਫ ਮਨੁੱਖ ਸਮਝਿਆ, ਤਦ ਰਸੂਲਾਂ ਨੇ ਬਾਹਰ ਨਿਕਲ ਕੇ ਦਲੇਰੀ ਨਾਲ ਸਾਖੀ ਦਿੱਤੀ, ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰੋ, ਤਦ ਤੂੰ ਅਤੇ ਤੇਰਾ ਘਰਾਨਾ ਮੁਕਤੀ ਪਾਵੇਗਾ। ਅੱਜ ਕੱਲ੍ਹ ਲੋਕ ਆਸਾਨੀ ਨਾਲ ਇਸ ਤਰ੍ਹਾਂ ਕਹਿੰਦੇ ਹਨ, ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਜੋ ਯੀਸ਼ੂ ਤੇ ਵਿਸ਼ਵਾਸ ਕਰਦੇ ਹਨ, ਪਰ ਉਸ ਸਮੇਂ ਉਹਨਾਂ ਤੇ ਨਾਸਰੀ ਕੁਪੰਥ ਹੋਣ ਦਾ ਦਾਗ ਲਗਾਇਆ ਗਿਆ ਸੀ। ਅਸੀਂ ਹੁਣ ਇੱਕੋ ਜਿਹੇ ਹਾਲਾਤ ਵਿੱਚ ਹਾਂ। ਸਾਡਾ ਚਰਚ ਇਸ ਤਰ੍ਹਾਂ ਦਾ ਚਰਚ ਹੈ ਜਿਸ ਨੂੰ ਪਰਮੇਸ਼ਵਰ ਨੇ ਸਥਾਪਿਤ ਕੀਤਾ ਅਤੇ ਅਸੀਂ ਪਰਮੇਸ਼ਵਰ ਦੀ ਸੇਵਾ ਕਰਦੇ ਹਾਂ। ਇਸ ਚਰਚ ਦੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਇਸ ਚਰਚ ਦੁਆਰਾ ਹਰ ਪਲ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ, ਪਰ ਲੋਕ ਆਸਾਨੀ ਨਾਲ ਸੋਚਦੇ ਹਨ ਉਹ ਮਾਮੂਲੀ ਜੀ ਇਮਾਰਤ ਵਿੱਚ ਕਿਸੇ ਪ੍ਰਕਾਰ ਦੀ ਆਰਾਧਨਾ ਅਤੇ ਸਭਾ ਦਾ ਪ੍ਰਬੰਧ ਕਰ ਰਹੇ ਹਨ, ਕੁਝ ਖਾਸ ਨਹੀਂ। ਸਾਡੇ ਨਾਲ ਪਰਮੇਸ਼ਵਰ ਹੈ ਅਤੇ ਉਹ ਸਾਡੇ ਪਾਪਾਂ ਦੀ ਮਾਫੀ ਦਿੰਦੇ ਹਨ। ਅਤੇ ਕਿੱਥੇ ਲੋਕਾਂ ਨੇ ਇਸ ਪ੍ਰਕਾਰ ਦੀ ਆਸ਼ੀਸ਼ ਪਾਈ ਹੈ? ਜਿਨ੍ਹਾਂ ਨੂੰ ਯੀਸ਼ੂ ਤੁਹਾਡੇ ਪਾਪ ਮਾਫ ਹੋਏ ਕਹਿੰਦੇ ਹਨ, ਉਹ ਧਰਤੀ ਤੇ ਸਭ ਤੋਂ ਧਨ ਲੋਕ ਹਨ। ਸਾਰੇ ਲੋਕੋ, ਪਰਮੇਸ਼ਵਰ ਵਿੱਚ ਹੀ ਮਨੁੱਖ ਜਾਤੀ ਦੀ ਆਸ ਹੈ। ਸਾਡੀ ਆਸ ਕਿਸੇ ਟੀਕੇ ਤੇ ਜੋ ਕੋਵਿਡ-19 ਨੂੰ ਦੂਰ ਕਰ ਸਕਦਾ ਹੈ,
ਜਾਂ ਕਿਸੇ ਡਾਕਟਰ ਤੇ ਜਾਂ ਕਿਸੇ ਦੇਸ਼ ਦੀ ਨੀਤੀ ਤੇ ਜਾਂ ਕਿਸੇ ਰਾਜਾ ਜਾਂ ਰਾਜਨੇਤਾ ਤੇ ਨਹੀਂ ਹੈ। ਸਾਡੇ ਪਰਮੇਸ਼ਵਰ ਹੀ ਸਾਡੀ ਇੱਕੋ ਇੱਕ ਆਸ ਹੈ। ਇਹ ਸਾਰੇ ਥੱਕੇ ਹੋਏ ਅਤੇ ਭਾਰ ਹੇਠ ਦੱਬੇ ਹੋਏ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਆਤਮਾ ਅਤੇ ਲਾੜੀ ਦੋਨਾਂ ਨੇ ਕਿਹਾ ਸਾਰੇ ਲੋਕ ਆਓ। ਉਹਨਾਂ ਨੇ ਕਿਹਾ ਸਿਰਫ ਆਓ, ਕਿਉਂਕਿ ਪਰਮੇਸ਼ਵਰ ਮਨੁੱਖ ਜਾਤੀ ਦੀ ਆਸ ਹੈ। ਜਿਨ੍ਹਾਂ ਨੂੰ ਸੱਚਾਈ ਦਾ ਗਿਆਨ ਹੈ ਉਹ ਜਾਣਦੇ ਹਨ ਕਿ ਬਾਈਬਲ ਦੇ ਵਚਨਾਂ ਦੇ ਅਨੁਸਾਰ ਜਿਉਣ ਨਾਲ ਉਹਨਾਂ ਦਾ ਭਵਿੱਖ ਸ਼ਾਨਦਾਰ ਅਤੇ ਚਮਕਦਾਰ ਹੋਵੇਗਾ। ਭਾਵੇਂ ਹੀ ਸਾਡੇ ਆਲੇ ਦੁਆਲੇ ਦੇ ਲੋਕ ਇਸ ਰਾਹ ਦਾ ਪਿੱਛਾ ਨਹੀਂ ਕਰਦੇ, ਕਿਉਂਕਿ ਹੁਣ ਤੱਕ ਵੀ ਉਹਨਾਂ ਨੂੰ ਇਹ ਰਾਹ ਨਹੀਂ ਮਿਲਿਆ ਹੈ। ਅਸੀਂ ਧਾਰਮਿਕਤਾ ਦਾ ਰਾਹ ਪਾਏ ਹੋਇਆਂ ਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜਿਉਣਾ ਚਾਹੀਦਾ ਹੈ। ਸਾਡੇ ਕੋਲ ਪਰਮੇਸ਼ਵਰ ਹੈ ਜੋ ਮਨੁੱਖ ਜਾਤੀ ਦੀ ਆਸ ਹੈ। ਕਿ ਸਾਨੂੰ ਇਸ ਗੱਲ ਦੀ ਵਡਿਆਈ ਨਹੀਂ ਕਰਨੀ ਚਾਹੀਦੀ? ਆਓ ਅਸੀਂ ਇਸ ਗੱਲ ਦੀ ਬਹੁਤ ਵਡਿਆਈ ਕਰੀਏ। ਜੋ ਕੋਈ ਪਾਪਾਂ ਦੀ ਮਾਫੀ ਅਤੇ ਮੁਕਤੀ ਪਾ ਕੇ ਸਵਰਗ ਜਾਣਾ ਚਾਹੁੰਦਾ ਹੈ, ਉਸ ਨੂੰ ਚਾਹੀਦਾ ਹੈ ਕਿ ਉਹ ਸਿਓਨ ਵਿੱਚ ਆਏ ਜਿੱਥੇ ਪਰਮੇਸ਼ਵਰ ਰਹਿੰਦੇ ਹਨ। ਆਓ ਅਸੀਂ ਇਸ ਤਰ੍ਹਾਂ ਦੇ ਲੋਕ ਬਣੀਏ ਜੋ ਦਲੇਰੀ ਨਾਲ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਹਨ ਕਿ ਸਾਡਾ ਚਰਚ ਹੀ ਉਹ ਜਗ੍ਹਾ ਨਹੀਂ ਜਿੱਥੇ ਮਨੁੱਖ ਜਾਤੀ ਦੀ ਆਸ ਅਰਥਾਤ ਆਤਮਾ ਤੇ ਲਾੜੀ ਰਹਿੰਦੇ ਹਨ। ਆਓ ਅਸੀਂ ਆਤਮ ਵਿਸ਼ਵਾਸ ਨਾਲ ਲੋਕਾਂ ਨੂੰ ਸਿਓਨ ਵਿੱਚ ਆਉਣ ਦੇ ਲਈ ਪ੍ਰਚਾਰ ਕਰੀਏ, ਜਿੱਥੇ ਪਵਿੱਤਰ ਆਤਮਾ ਪਿਤਾ ਅਨਸੰਗ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਰਹਿੰਦੇ ਹਨ। ਮੈਨੂੰ ਆਸ ਹੈ ਕਿ ਅਸੀਂ ਆਪਣੇ ਮਨਾਂ ਵਿੱਚ ਪਵਿੱਤਰ ਆਤਮਾ ਦੀ ਸ਼ਕਤੀ ਲੈ ਕੇ ਸਾਮਰੀਆ ਅਤੇ ਧਰਤੀ ਦੀ ਹੱਦ ਤੱਕ ਪ੍ਰਚਾਰ ਕਰਕੇ ਪੂਰੀ ਮਨੁੱਖ ਜਾਤੀ ਨੂੰ ਬਚਾਉਣ ਵਿੱਚ ਕਾਬਿਲ ਹੋਵਾਂਗੇ। ਇਸ ਦੇ ਨਾਲ ਅੱਜ ਦਾ ਉਪਦੇਸ਼ ਖਤਮ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।